जी दसम ग्रंथ दे विच होर बाणियां तो अलावा गुरु साहब ने शस्त्रां दे बारे भी वाला नाम दी बाणी दर्ज की है। शस्त्रां दी पुस्तक ਕੀਤੀ ਗਈ ਹੈ ਤੇ ਨਾਲ ਉਹਨਾਂ ਨੂੰ ਕਿਸ ਕੰਮ ਲਈ ਵਰਤਣਾ ਹੈ, ਕਿੱਥੇ ਨਹੀਂ ਵਰਤਣਾ, ਕਿੱਥੇ ਵਰਤਣਾ, ਇਹ ਗੱਲ ਵੀ ਦੱਸੀ ਹੈ ਔਰ ਉਹਨਾਂ ਨੂੰ ਬੜੀ ਇੰਪੋਰਟੈਂਸ ਦਿੱਤੀ ਗਈ ਹੈ। ਉਹਦੇ ਬਾਰੇ ਮੈਂ ਗੱਲ ਕਰਾਂਗਾ। ਨਾਲ ਇਹ ਸਮਝਣ ਦੀ ਯਤਨ ਕਰਾਂਗੇ ਕਿ ਆਖਿਰਕਾਰ ਇੱਕ ਧਾਰਮਿਕ ਮੂਵਮੈਂਟ ਜਿਹੜੀ ਸੀ ਉਸ ਦੇ ਵਿੱਚ ਸ਼ਸਤਰਾਂ ਦੀ ਜ਼ਰੂਰਤ ਕਿਉਂ ਪਈ, ਦੁਨੀਆ ਦਾ ਇਤਿਹਾਸ ਕੀ ਕਹਿੰਦਾ। ਇਹ ਮੈਂ ਇਹਨਾਂ ਸਲਾਈਡਸ ਦੀ ਹੈਲਪ ਦੇ ਨਾਲ ਆਪ ਜੀ ਨੂੰ ਦਿਖਾਵਾਂਗਾ। ਦੇਖੋ ਕਿ ਧਰਮ ਦੀ ਰੱਖਿਆ ਲਈ ਗੁਰੂ ਸਾਹਿਬਾਨ ਨੇ ਸਾਰੇ ਸ਼ਸਤਰ ਵਰਤੇ ਔਰ ਇਹ ਜਿਹੜੇ ਇਤਿਹਾਸਕ ਸ਼ਸਤਰ ਨੇ ਇਹਨਾਂ ਦੀ ਬੜੀ ਮਹੱਤਤਾ ਹੈ। ਪਰ ਨਾਲ ਦੀ ਨਾਲ ਇੱਕ ਖਾਸ ਗੱਲ ਇਹ ਹੈ ਕਿ ਗੁਰੂ ਸਾਹਿਬਾਨ ਨੇ ਕਿਧਰੇ ਵੀ ਕੋਈ ਜੰਗ ਖੁਦ ਸ਼ੁਰੂ ਨਹੀਂ ਕੀਤੀ। ਮੋਸਟਲੀ ਇਹ ਜੰਗ ਉਹਨਾਂ ਦੇ ਉੱਤੇ ਥੋਪੇ ਗਏ, ਫੋਇਸਟ ਕੀਤੇ ਗਏ। ਦੁਨੀਆ ਦਾ ਜੇ ਤੁਸੀਂ ਇਤਿਹਾਸ ਦੇਖੋ ਤਾਂ ਦੋ ਹੀ ਵੱਡੇ ਕਾਰਨ ਨਜ਼ਰ ਆਉਂਦੇ ਨੇ ਜਿਨ੍ਹਾਂ ਕਰਕੇ ਦੁਨੀਆ ਦੇ ਵਿੱਚ ਜੰਗ ਹੋਏ। ਇੱਕ ਬੇਇਨਸਾਫੀ ਤੇ ਦੂਸਰਾ ਧਾਰਮਿਕ ਕੱਟੜਤਾ। ਔਰ ਈਸਾਈ ਔਰ ਮੁਸਲਮਾਨ ਇੱਕ ਧਾਰਮਿਕ ਸਥਾਨ ਜੈਰੂਸਲਮ, ਜਿਸ ਦਾ ਨਾਂ ਤੁਹਾਨੂੰ ਪਤਾ ਹੈ, ਉਹਦੇ ਵਾਸਤੇ ਆਪਣਾ ਆਪਣਾ ਹੱਕ ਜਤਾਉਣ ਲਈ 12ਵੀਂ ਔਰ 13ਵੀਂ ਸਦੀ ਦੇ ਵਿੱਚ ਮਿਡਲ ਈਸਟ ਦੇ ਵਿੱਚ ਜਿਹੜਾ ਮੱਧ ਪੂਰਬੀ ਦੇਸ਼ ਸਨ ਉਹਨਾਂ ਦੇ ਵਿੱਚ ਇਹਨਾਂ ਦੇ ਬੜੇ ਜ਼ਬਰਦਸਤ ਜੰਗ ਹੁੰਦੇ ਰਹੇ। ਏਸ਼ੀਆ ਦੇ ਵਿੱਚ ਵੀ ਵਿਦਿਨ ਮੁਹੰਮਦਨ ਸ਼ੀਆ ਔਰ ਸੁन्नी ਦੋ ਜਿਹੜੇ ਫਿਰਕੇ ਸਨ ਉਹਨਾਂ 'ਚ ਵੀ ਆਪਸ ਵਿੱਚ ਧਰਮ ਪਿੱਛੇ ਹੀ ਹਮੇਸ਼ਾ ਖਿੱਚੋਤਾਣ ਜੰਗ ਹੁੰਦੇ ਰਹੇ। ਔਰ ਫਿਰ ਯੂਰਪ ਵਿੱਚ ਵੀ ਕੈਥੋਲਿਕਸ ਔਰ ਪ੍ਰੋਟੈਸਟੈਂਟਸ ਦੇ ਵਿਚਕਾਰ ਜਿਹੜੀ ਟਸਲ ਸੀ ਉਹਦੇ ਕਰਕੇ ਜੰਗ ਹੁੰਦੇ ਰਹੇ। ਸ੍ਰੀ ਗੁਰੂ ਸਾਹਿਬਾਨ ਨੇ ਸਾਨੂੰ ਸਰਬੱਤ ਦਾ ਭਲਾ, ਵੈਲਫੇਅਰ ਆਫ ਆਲ, ਇੱਕ ਨਿਆਂ, और दुनिया ਦੇ ਵਿੱਚ ਸੁਖ ਸ਼ਾਂਤੀ, ਪੀਸ ਵਾਸੀਆਂ, ਬਲਕਿ ਕੁਰਬਾਨੀਆਂ ਵੀ ਦਿੱਤੀਆਂ। ਔਰ ਕਦੀ ਵੀ ਜੰਗ ਕਰਨ ਦੀ ਖੁਦ ਉਹਨਾਂ ਨੇ ਪਹਿਲ ਨਹੀਂ ਕੀਤੀ। ਉਹਨਾਂ ਨੇ ਇਹਨਾਂ ਜਿਨ੍ਹਾਂ ਕਾਰਨਾਂ ਕਰਕੇ ਦੁਨੀਆ ਦੇ ਵਿੱਚ ਜੰਗ ਹੋਏ ਉਹਨਾਂ ਕਾਰਨਾਂ ਨੂੰ ਐਡਰੈਸ ਕਰਕੇ ਉਹਨਾਂ ਕਾਰਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਬਾਣੀ ਵਿੱਚ ਵੀ ਔਰ ਆਪਣੇ ਜੀਵਨ ਦੇ ਵਿੱਚ ਦਿੱਤੀਆਂ ਕੁਰਬਾਨੀਆਂ ਲਈ। ਜੰਗ ਜਿਸ ਤਰ੍ਹਾਂ ਮੈਂ ਕਿਹਾ ਕਿ ਹਮੇਸ਼ਾ ਗੁਰੂ ਸਾਹਿਬਾਨ ਉੱਪਰ ਥੋਪੇ ਗਏ। ਹਿੰਦੁਸਤਾਨ ਵਿੱਚ ਬਾਬਰ ਤੋਂ ਸ਼ੁਰੂ ਹੋ ਕੇ ਔਰੰਗਜ਼ੇਬ ਤੱਕ ਜਿੰਨੇ ਵੀ ਗੁਰੂ ਸਾਹਿਬਾਨ ਉਸ ਸਮੇਂ ਦੇ ਸਨ ਉਹਨਾਂ ਤੇ, ਸਿੱਖਾਂ ਤੇ ਔਰ ਇਸ ਮੁਲਕ 'ਚ ਰਹਿਣ ਵਾਲੇ ਦੂਸਰੇ ਧਰਮਾਂ ਦਾ ਜਿਸ ਤਰ੍ਹਾਂ ਹਿੰਦੂ ਸਨ ਜਾਂ ਹੋਰ ਸਨ ਉਹਨਾਂ ਤੇ ਜ਼ੁਲਮ ਹੁੰਦੇ ਰਹੇ। ਜ਼ੁਲਮ ਬਾਦਸ਼ਾਹ ਕਰਦੇ ਰਹੇ। ਪਬਲਿਕ ਲੋਕ ਆਪਸ ਵਿੱਚ ਕੋਈ ਦੁਸ਼ਮਣੀ ਨਹੀਂ ਰੱਖਦੇ। ਜਹਾਂਗੀਰ ਨੇ, ਸ਼ਾਹਜਹਾਨ ਨੇ, ਔਰੰਗਜ਼ੇਬ ਨੇ ਹਿੰਦੂਆਂ ਤੇ ਸਿੱਖਾਂ ਤੇ ਉਹਨੂੰ ਇਹ ਮਜਬੂਰ ਕਰਦੇ ਰਹੇ ਕਿ ਤੁਸੀਂ ਇਸਲਾਮ ਕਬੂਲ ਕਰ ਲਓ, ਨਹੀਂ ਤੇ ਮਾਰ ਦਿੱਤਾ ਜਾਏਗਾ। ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ, ਉਹਨਾਂ ਦੇ ਜਨੇਊ ਹਿੰਦੂਆਂ ਦੇ ਉਤਾਰੇ ਗਏ ਔਰ ਇੱਥੋਂ ਤੱਕ ਕਿ ਔਰੰਗਜ਼ੇਬ ਨੇ ਉਹਨਾਂ ਤੇ ਜਜ਼ੀਆ ਦਾ ਟੈਕਸ ਵੀ ਲਗਾਇਆ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਇਹ ਗੁਰੂ ਸਾਹਿਬਾਨ ਨੇ ਉਹਨਾਂ ਨੇ ਪ੍ਰਵਾਨ ਨਹੀਂ ਕੀਤੀਆਂ। ਉਹਨਾਂ ਨੇ ਪਹਿਲੇ ਜਿਹੜੇ 5 ਗੁਰੂ ਸਾਹਿਬਾਨ ਸਨ ਉਹਨਾਂ ਨੇ ਉਸ ਸਮੇਂ ਦੇ ਮੁਗਲ ਰਾਜਿਆਂ ਨੂੰ ਨਿਆਂ ਕਰਨ ਦੀ ਤਾਕੀਦ ਗੁਰਬਾਣੀ 'ਚ ਕੀਤੀ ਹੈ।
गुरु अर्जन साहब जी ने फरमाया, तो कड़ी है जे अन्याय को मरता, जे कोई बेइंसाफी नाल कट्टरता की वजह करके जुल्म करके किसी की डेथ हुंदी है तो मैनू इसका बहुत दुख है। अगे फिर आंदा है, खेते जौ खाए बार, खेत में जो वाड़ खावे कौन ताए राखन हार, कौन बचाएगा। चक्रवे करे अन्याय पूछे कौन साखी। जे राजे ही, जिस तरह मुगल राजे सी जिन्हों का मैं ना लिया, अगर वो आप ही बेइंसाफी अन्याय करनगे अपनी प्रजा के नाल, तो फिर उस प्रजा की कौन सुनेगा। सो धर्म की जिहड़ी आज़ादी सी, उहदा एक हक गुरु साहिबान ने शुरू तो उसके उत्ते जोर दिता। और सब तो पहले गुरु अर्जन साहब जी ने एक दुनिया तो अद्वितीय, एक बिल्कुल बेमिसाल अनपैरल्ड शहादत अपने धर्म और हिंदुस्तान के लोगों के धर्म, किसी विशेष धर्म नहीं, सारे धर्मां की आज़ादी वास्ते उन जो हक है उहदे लई उन्होंने अपनी कुर्बानी देनी मंजूर की, लेकिन अपना धर्म नहीं छड्डिया। और 6वें गुरु साहब ने इथों अगे फिर तलवार चुकी। वो तलवार चुकनी एक किस्म की यानी कंपल्शन सी, कोई उन्होंने जंग करन दा या किसी नाल लड़न दा कोई शौक नहीं सी। इंसाफ लई लड़े, धर्म लई और स्वैमान लई, अपनी सैल्फ रिस्पैक्ट लई और अपने ह्यूमन राइट्स के लिए। हुण मैं ये गल करना चाहना कि बेशक शस्त्रनामे विच 10वें पातशाह ने शस्त्रां दी उस्ताद जिद्दां मैं क्या कीती और उसनूं भगौती दे बराबर एक दर्जा दिता। पर उस तो पहले भी भाई गुरदास जी की बाणी दे विच दे लिखिया हुई वारां दे विच तुकां आंदियां ने, जिस विच वो कहंदे ने, नाव भगौती लोह कढ़ाया, यानी लोहे तो घड़ी तलवार नूं उन्होंने भगौती का नाम दिता। तुसीं देखो उस वेले गुरु हरगोबिंद साहब जी ने 2 तलवारां पहनिया मीरी पीरी दियां, दुनियावी भी और धार्मिक असूलों की रक्षा दी। इस तरह उन्होंने फौज भी रखी, शस्त्र भी रखे, उन्होंने दरबार में घोड़े और शस्त्र भी भेटा होने लग पे। और 1628 विच जिहड़ी अमृतसर की जंग हुई उस दे विच 6वें पातशाह ने मुखलिस खान, जिसनों जहांगीर ने भेजा सी, उन्हें ये कह के कि जी मैं ये झूठ की दुकान, उसने क्या मैं बंद करना चाहना, ये क्या उस मुखलिस खान जनरल की गर्दन नूं एक वार नाल गुरु 6वें पातशाह गुरु हरगोबिंद साहब जी ने उतारे। और जिस वक्त उसकी गर्दन कट्टी उन्होंने गुरु साहब ने, उस वक्त ओदी 7000 की फौज लैके आया सी। वो सारी फौज जड़ी सी उस विच ऐसी भगदड़ मची कि वो सारे घबरा के दौड़ उठे, क्योंकि उस टाइम के उत्ते वार्स जड़ियां सी वो जनरल्स के हिसाब नाल लड़ियां जांदियां सी। इस तो बाद उन्होंने एक पैंदे खान नूं जब दोबारा उस उन्होंने उत्ते हमला कर लिया है, शाहजहां ने भेजा, तो 1635 विच यही कुछ उन्होंने पैंदे खान नाल भी किया। सो गल ये कि शस्त्र सिर्फ गुरु तेग बहादुर या गुरु गोबिंद सिंह जी तो नहीं, उन्होंने तो पहले शुरू उन्होंने वरतों हो चुकी सी। सो भगौती जिहड़ा वर्ड है ये एक अलंकार है, एक फिगर ऑफ स्पीच जिसनों असीं कहने आ, जिसनों परमात्मा की शक्ति का एक मैटाफर के तौर पर वरत्या जाता है। श्री गुरु हरराय साहब जी ने भी तलवार नाल ही मुखलिस खान का जिहड़ा पुत्र
सी यार बे खान, उसनों खत्म किया। और उसने जदों गुरु साहब मालवे तो वापस आ रहे सन कुछ सिंघां दे नाल, तां उसने 1000 ਦੇ ਕਰੀਬ ਮੁਗਲ ਸਿਪਾਹੀ ਲੈ ਕੇ ਅਚਾਨਕ ਉਹਨਾਂ ਤੇ ਹਮਲਾ ਕੀਤਾ ਸੀ ਆਪਣੇ ਪਿਤਾ ਦਾ ਮੌਤ ਦਾ ਬਦਲਾ ਲੈਣ ਲਈ। ਪਰ ਦੇਖੋ ਗੁਰੂ ਸਾਹਿਬ ਨੇ ਬਹਾਦਰੀ ਦਿਖਾਈ। ਉਸੇ ਤਰ੍ਹਾਂ ਯਾਰ ਬੇਗ ਖਾਨ ਨੂੰ ਕਤਲ ਹੋਇਆ ਔਰ ਉਸ ਦੀ ਵੀ ਫੌਜ, ਉਸ ਦੇ ਜਿਸ ਤਰ੍ਹਾਂ ਉਸ ਦੇ ਬਾਪ ਦੀ ਫੌਜ ਦੌੜ ਗਈ ਸੀ, ਉਸੇ ਤਰ੍ਹਾਂ ਉਹ ਵੀ ਮੈਦਾਨ ਛੱਡ ਕੇ ਦੌੜ ਗਏ। ਫਿਰ ਆਂਦੀ ਹੈ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਜਿਨ੍ਹਾਂ ਨੇ ਆਪਣੀ ਤੇਗ ਦੇ ਜੌਹਰ ਕਰਤਾਰਪੁਰ ਦੀ ਜੰਗ 1635 ਵਿੱਚ ਦਿਖਾਈ। ਆਪਣੇ ਪਿਤਾ ਦੇ ਨਾਲ ਗਏ ਸਨ, ਛੇਵੇਂ ਪਾਤਸ਼ਾਹ ਦੇ ਨਾਲ। ਉਸ ਵਕਤ ਉਹਨਾਂ ਦੀ ਬੜੀ ਛੋਟੀ ਉਮਰ ਸੀ, ਤਕਰੀਬਨ 14 ਸਾਲ ਦੀ ਉਮਰ ਸੀ ਉਹਨਾਂ ਦੀ, ਗੁਰੂ ਤੇਗ ਬਹਾਦਰ ਸਾਹਿਬ ਦੀ। ਔਰ ਉਹਨਾਂ ਨੇ ਜੋ ਉਸ ਵਕਤ ਬਹਾਦਰੀ ਦਿਖਾਈ, ਉਸ ਕਰਕੇ ਹੀ ਉਹਨਾਂ ਦਾ ਨਾਂ ਦੱਸਿਆ ਜਾਂਦਾ ਹੈ ਕਿ ਬਦਲ ਕੇ ਤਿਆਗਮਲ ਤੋਂ ਤੇਗ ਬਹਾਦਰ ਜੀ ਰੱਖਿਆ ਗਿਆ। ਪਰ ਇੱਕ ਗੱਲ ਹੁਣ ਇੱਥੇ ਸਮਝਣ ਵਾਲੀ ਇਹ ਹੈ ਕਿ ਉਹਨਾਂ ਨੇ ਬਾਅਦ ਦੇ ਵਿੱਚ ਬਾਣੀ ਦੇ ਵਿੱਚ ਤਿਆਗ ਔਰ ਡਿਟੈਚਮੈਂਟ ਦੀ ਗੱਲ ਬੜੀ ਕੀਤੀ ਹੈ। ਉਸ ਦੇ ਲਈ ਇੱਕੋ ਹੀ ਗੱਲ ਸਮਝ ਆਉਂਦੀ ਹੈ, ਕਿਉਂ? ਉਹ ਕਹਿੰਦੇ ਨੇ ਭੈ ਕਾਹੂ ਕੋ ਦੇਤ ਨੇ ਨਹਿ ਭੈ ਮਾਨਤ ਆ। ਨਾ ਕਿਸੇ ਨੂੰ ਡਰਾਓ ਤੇ ਨਾ ਕਿਸੇ ਤੋਂ ਡਰੋ। ਹੁਣ ਨਾ ਡਰਾਣਾ ਤੇ ਤੁਹਾਡੇ ਆਪਣੇ ਹੱਥ ਵਿੱਚ ਹੈ, ਤੁਸੀਂ ਕਿਸੇ ਨਾਲ ਕੋਈ ਵਧੀਕੀ ਨਾ ਕਰੋ। ਪਰ ਜੇ ਕੋਈ ਤੁਹਾਡੇ ਤੇ ਜ਼ੁਲਮ ਕਰਦਾ ਹੈ ਤੇ ਫਿਰ ਉਸ ਦਾ ਭੈ ਜਿਹੜਾ ਹੈ ਉਸ ਨੂੰ ਖਤਮ ਕਿੱਦਾਂ ਕੀਤਾ ਜਾਏ? ਉਹਦਾ ਭੈ ਖਤਮ ਤਾਂ ਫਿਰ ਤਲਵਾਰ ਨਾਲ ਹੀ ਹੋ ਸਕਦਾ। ਸੋ ਇਹੀ ਕੁਛ ਤਲਵਾਰ ਨਾਲ ਹੀ ਚਮਕੌਰ ਦਾ ਇਤਿਹਾਸ ਸਾਹਿਬਜ਼ਾਦਿਆਂ ਨੇ ਰਚਿਆ ਔਰ ਤਲਵਾਰ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰੀਆਂ ਜੰਗਾਂ ਆਪਣੀਆਂ ਜਿੱਤੀਆਂ। ਪਰ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਭੈ ਕਾਹੂ ਕੋ ਦੇਤ ਨੇ ਨਹਿ ਭੈ ਮਾਨਤ ਆਨ, ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਿੱਖਿਆ ਦਿੱਤੀ ਕਿ ਸਭ ਧਰਮਾਂ ਦਾ ਆਦਰ ਕਰੋ, ਇਨਸਾਫ ਕਰੋ। ਸਭ ਧਰਮਾਂ ਦਾ ਆਦਰ ਲਈ ਉਹਨਾਂ ਨੇ ਕਿਹਾ ਕਿ ਹਿੰਦੂ ਤੁਰਕ ਕੋ ਰਾਵਸੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਹੈ एक है पहचान। चाहे कोई हिंदू है, कोई तुर्क है, कोई शिया है, कोई सुन्नी है, कोई भी है, ये सब परमात्मा दे बनाए हुए इंसान ने और सारे धर्म ਜਿਹੜੇ ਨੇ ਉਹਨਾਂ ਦਾ ਆਦਰ ਹੋਣਾ ਚਾਹੀਦਾ। ਇਹ ਗੱਲ ਕਿਸੇ ਵੀ ਜੰਗ ਤੋਂ ਪਹਿਲੇ ਉਹਨਾਂ ਨੇ ਇਹ ਗੱਲਾਂ ਸਮਝਾਈਆਂ ਲੋਕਾਂ ਨੂੰ। ਔਰ ਜਿਹੜੇ ਉਸ ਟਾਈਮ ਦੇ ਮੁਗਲ ਰਾਜੇ ਬਾਦਸ਼ਾਹ ਜ਼ੁਲਮ ਕਰਦੇ ਸਨ ਸਿੱਖਾਂ, ਹਿੰਦੂਆਂ ਤੇ ਔਰ ਦੂਸਰਿਆਂ ਤੇ, ਗਰੀਬਾਂ ਤੇ, ਉਹਨਾਂ ਨੂੰ ਵੀ ਉਹਨਾਂ ਨੇ ਸੁਮਤ ਦਿੱਤੀ, ਉਹਨਾਂ ਨੂੰ ਵੀ ਨਸੀਹਤ ਦਿੱਤੀ। ਰੇ ਨ੍ਰਿਪ ਨਿਆਏ ਸਦਾ ਕਰਿਓ, ਐ ਬਾਦਸ਼ਾਹ ਹਮੇਸ਼ਾ ਇਨਸਾਫ ਕਰਨਾ, ਦੁੱਖ ਦੇ ਕੇ ਅਨਿਆਏ ਨਾ ਅਨਾਥ ਕੀਜੇ ਦੀਜੋ। ਤੁਸੀਂ ਅਗਰ ਤੁਹਾਡੇ ਹੱਥ ਵਿੱਚ ਸ਼ਕਤੀ ਪ੍ਰਮਾਤਮਾ ਨੇ ਦਿੱਤੀ ਹੈ ਤਾਂ ਤੁਸੀਂ ਅਨਿਆਏ ਕਰਕੇ ਅਨਾਥ ਜਿਹੜੇ ਨੇ, ਗਰੀਬ ਨੇ, ਮਜ਼ਲੂਮ ਨੇ, ਉਹਨਾਂ ਨੂੰ ਦੁੱਖ ਨਾ ਦਿਓ। ਇਹ ਗੱਲ ਵੀ ਗੁਰੂ ਸਾਹਿਬ ਜੀ ਨੇ ਉਹਨਾਂ ਲੋਕਾਂ ਨੂੰ, ਰਾਜਿਆਂ ਨੂੰ ਸਮਝਾਈ ਔਰ ਧਰਮ ਦਾ ਸਤਿਕਾਰ ਕਰਨਾ ਸਿਖਾਇਆ। ਪਰ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਕਿ ਇਹ ਜੰਗ ਉਹਨਾਂ ਦੇ ਉੱਤੇ ਫਸਟ ਕੀਤੇ ਗਏ, ਥੋਪੇ ਗਏ, ਮਜਬੂਰੀ ਨੂੰ ਉਹਨਾਂ ਨੂੰ ਇਹ ਜੰਗ ਲੜਨੇ ਪਏ। ਭੰਗਾਣੀ ਦਾ ਯੁੱਧ ਹੋਇਆ 1688 ਵਿੱਚ, ਫਿਰ ਨਦੌਣ ਦਾ ਹੋਇਆ। ਔਰ ਇਹਨਾਂ ਵਿੱਚ ਸਮਝਣ ਦੀ ਗੱਲ ਇਹ ਹੈ ਕਿ ਜਿਹੜੇ 5 ਪਿਆਰੇ ਸਨ ਉਹਨਾਂ ਵਿੱਚੋਂ ਉਹ ਵੀ ਸ਼ਾਮਲ ਸਨ ਇਹਨਾਂ ਦੇ ਵਿੱਚ। ਹੁਣ ਤੁਸੀਂ ਕਹੋਗੇ ਕਿ 5 ਪਿਆਰੇ ਤਾਂ 1699 ਵਿੱਚ ਹੋਂਦ ਵਿੱਚ ਨਹੀਂ, ਉਹ ਪਹਿਲੇ ਗੁਰੂ ਸਾਹਿਬ ਦੇ ਨਾਲ ਸਨ। 1688 ਔਰ 1691 ਮੈਂ ਇਸ ਲਈ ਮੈਂਸ਼ਨ ਕਰ ਰਿਹਾ ਕਿ ਵਿਸਾਖੀ ਔਰ ਪਾਹੁਲ ਖੰਡੇ ਦੀ ਇਹ 1699 ਦੀ ਗੱਲ ਹੈ, ਲੇਕਿਨ ਉਸ ਤੋਂ ਪਹਿਲੇ ਉਹਨਾਂ ਦੇ ਪਾਸ ਇਹ ਜਿਹੜੇ 5 ਪਿਆਰੇ ਬਾਚ ਬਣੇ
ਇਹ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਸਨ। ਬਾਅਦ ਦੇ ਵਿੱਚ ਫਿਰ ਉਹਨਾਂ ਨੇ 1704 ਵਿੱਚ ਜਿਹੜੀ ਜੰਗ ਹੋਈ ਉਸ ਵਿੱਚ ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਇਹ ਸ਼ਹੀਦ ਹੋਏ, ਨਾਲ ਦੋ ਵੱਡੇ ਸਾਹਿਬਜ਼ਾਦੇ ਵੀ। ਸੋ ਗੁਰੂ ਸਾਹਿਬ ਨੇ ਇੱਥੇ ਇਹ ਗੱਲ ਜਿਸ ਵਕਤ ਜੰਗ ਤੋਂ ਬਾਅਦ ਉਹਨਾਂ ਨੇ 1705 ਵਿੱਚ ਜਿਹੜੀ ਸੰਤ ਸਿਪਾਹੀ ਦੀ ਕਨਸੈਪਟ ਸੀ ਉਹਦੇ ਵਿੱਚ ਸ਼ਸਤਰ ਕਿਉਂ ਚੁੱਕਣੇ ਪਏ, ਉਹਦੇ ਲਈ ਉਹਨਾਂ ਨੇ ਔਰੰਗਜ਼ੇਬ ਨੂੰ ਇੱਕ ਐਪੀਸਲ ਆਫ ਵਿਕਟਰੀ ਜ਼ਫਰਨਾਮਾ ਲਿਖਿਆ। ਚੁਕਾਰਜ਼ ਹਮੇ ਹੀਲਤੇ ਦਰਗੁਜ਼ਸ਼ਤ ਹਲਾਲ ਅਸਤ ਬੁਰਦਨ ਵਸ਼ਨ ਹੀਲਦਸਤ, ਕਿ ਮੈਨੂੰ ਤੈਨੂੰ ਸਮਝਾਇਆ ਹੈ ਪਰ ਤੂੰ ਧੋਖੇਬਾਜ਼ ਨਿਕਲਿਆ, ਔਰ तेरी इस धोखेबाजी, उन्होंने औरंगजेब ने किया कि तेरी इस धोखेबाजी और बेइंसाफी और कट्टरपने दी वजह करके मैनू तलवार चुकनी पई। मैं धार्मिक आज़ादी के हक विच बोल रहा हाँ, किसी धर्म नू परिवर्तित करने लिए नहीं कह रहा। किसी नू गुरु साहब ने यह नहीं कहा कि तू अपना धर्म छड़ के ते मेरे नाल रल जा। किसी उत्ते जुल्म या जबरदस्ती कर ली उन्होंने तलवार नहीं चुकी, बल्कि जबर बेइंसाफी नू रोकण लई चुकी। और लास्टली अपने उत्ते होए हमले का जवाब देने लई उन्होंने किसी ते पहल नहीं की, ना किसी की दौलत या कोई टैरिटरी किसी की कोई इलाका लुटन की कोई कोशिश नहीं की। इत्थों ये गल शुरू हो जाती है। हुण भगौती जिहड़ी है वर्ड इस स्वॉर्ड ਲਈ ਵਰਤਿਆ ਗਿਆ ਹੈ, ਤਲਵਾਰ ਲਈ। ਸਿੱਖ ਪ੍ਰੇਅਰ ਦੇ ਵਿੱਚ, ਅਰਦਾਸ ਦੇ ਵਿੱਚ ਜਦ ਅਸੀਂ ਕਹਿੰਦੇ ਹਾਂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਯਾਨੀ ਅਸੀਂ ਉਸ ਦੇ ਵਿੱਚ ਵਿਕਟਰੀ ਜਿਹੜੀ ਹੈ ਉਸ ਗੁਰੂ ਨੂੰ ਐਟਰੀਬਿਊਟ ਕਰ ਰਹੇ ਹਾਂ ਕਿ ਇਹ ਵਿਕਟਰੀ ਸਾਡੀ ਨਹੀਂ ਹੈ। हे परमात्मा, ਇਹ ਵਿਕਟਰੀ ਜਿਹੜੀ ਹੈ हे गुरु साहब ਇਹ ਆਪ ਜੀ ਦੀ ਹੈ। श्री भगौती जी सहाय, और उस विक्ट्री वास्ते वो कह रहे ने कि मैं उस परमात्मा नू उस तलवार दी शक्ल दे विच देख रहा इस वेले, और उस दे सत्कार दे विच मैं 10वें पातशाह ये कह रहे ने कि ये वार ये ओड जिहड़ी है ये उच्चारण कर रहे। फिर भगौती जिहड़ी है ये किसी कोई देवी देवते का नाम नहीं है। जिस तरह मैं पहले कहा, ये एक मेटाफर है फॉर गॉड और फॉर पावर और फॉर शक्ति कह लो। सो अरदास विच जिथे असी गुरु नानक साहब, गुरु अंगद देव जी, गुरु अमरदास जी, रामदास जी और होर गुरु साहिबान का जिक्र आंदा है, उन्होंने असी सत्कार दिन्ने आ। पर उस तो पहले परमात्मा दे अगे अरदास करते हैं कि वह भगौती की शक्ल में, तलवार की शक्ल में साडा सहाई होवे, और उसनू असी पहले फर्स्ट वी रिमेंबर द स्वॉर्ड, वी रादर रिमेंबर गॉड इन द फॉर्म ऑफ स्वॉर्ड एंड मेडिटेट अपॉन द गुरुस आफ्टरवर्ड्स। श्री गुरु गोबिंद सिंह जी ने अपने शस्त्रां ते फौजां नाल ही जंग जिते। जिस तरह मैं थोड़े जे जंगां का जिक्र किया, और उन्हां दी इस बहादुरी दे लई भाई जिहड़े नंद लाल जी सी उन्होंने उन्हां दे बारे लिखिया, तेगरा फतेह गुरु गोबिंद सिंह। गुरु गोबिंद सिंह जिहड़े ने तेग दे नाल फतेह जितन वाले, फतेह करन वाले ने। उन्हां दी तेग दे विच इतनी बरकत है, इतनी ताकत है कि वो जिथे जांदे ने जित के आंदे हैं। अज तक कोई उन्हां नूं पकड़ नहीं सकिया, कोई उन्होंने मार नहीं सकिया। ये भाई नंद लाल जी ने लिखा, तेगरा फतेह हमेशा उन्होंने फतेह हुई। इत्थे मैं वो गल रिपीट करना चाहना कि जिहड़े 5 प्यारे जिन्हां दे मैं नाम लिखे ने, भाई हिम्मत सिंह जी 1678, भाई दया सिंह साहिब सिंह जी 1681, भाई मोहकम सिंह जी 1685 और भाई धर्म सिंह जी 1698 गुरु साहब की सेवा च आ चुके सन। उन्हां दी सेवा करते सन आनंदपुर साहब, और उन्हां दी फिलोसफी नू समझते सन। ये वजह सी कि वो
उस हज़ारां दे इकट्ठ विचों कोई अचानक नहीं उठे। ਉਹ ਆਲਰੇਡੀ ਉਹਨਾਂ ਦੇ ਪ੍ਰਤੀ ਕਮਿਟਡ ਸਨ, ਆਲਰੇਡੀ ਉਹਨਾਂ ਦੇ ਨਾਲ ਉਹਨਾਂ ਦੀ ਗੱਲ ਨੂੰ ਸਮਝ ਰਹੇ ਸਨ ਕਿ ਇਹਨਾਂ ਦਾ ਮੰਤਵ ਕੀ ਹੈ, ਇਹ ਕੀ ਕਰਨਾ ਚਾਹੁੰਦੇ ਨੇ। ਸੋ ਜਿਹੜੀਆਂ ਲੋਕੀ ਇਮੋਸ਼ਨਲ ਗੱਲਾਂ ਕਰਦੇ ਨੇ ਕਿ ਤਲਵਾਰ ਨਾਲ ਗਰਦਨ ਕੱਟ ਦਈਏ, ਵਾ ਉਹ ਜਿਹੀਆਂ ਗੱਲਾਂ ਦੀ ਜ਼ਰੂਰਤ ਨਹੀਂ ਹੈ। ਇਹ ਤਾਂ ਆਲਰੇਡੀ ਗੁਰੂ ਸਾਹਿਬ ਨੇ ਦਿਸ ਸ਼ਰਧਾਲੂ ਸਨ ਔਰ ਉਹਨਾਂ ਦੇ ਪ੍ਰਤੀ ਡਿਵੋਟਡ ਸਨ। ਸੋ ਔਰ 1688 ਔਰ 1691 ਵਿੱਚ ਪਹਿਲੇ ਭਾਈ ਦਇਆ ਸਿੰਘ ਜੀ ਔਰ ਦੂਸਰੇ ਸ਼ਾਮਲ ਹੋਏ ਜਿਹੜੇ ਉਸ ਤੋਂ ਪਹਿਲੇ ਸਨ। 1691 ਤੋਂ ਪਹਿਲੇ ਜਿਹੜੇ ਆ ਚੁੱਕੇ ਸਨ ਔਰ ਜਿਹੜੇ ਬਾਅਦ ਦੇ ਵਿੱਚ, ਜਿਸ ਤਰ੍ਹਾਂ ਮੈਂ ਦੱਸਿਆ 1704 ਵਿੱਚ ਚਮਕੌਰ ਦੀ ਜੰਗ ਵਿੱਚ ਜਦੋਂ ਅਨੰਦਪੁਰ ਸਾਹਿਬ ਤੋਂ ਬਾਹਰ ਆਏ ਨੇ, ਤੇ ਬਾਕੀ ਤਿੰਨ ਵੀ ਜਿਹੜੇ ਪਿਆਰੇ ਸਨ, ਪੰਜ ਪਿਆਰਿਆਂ ਵਿੱਚੋਂ, ਉਹ ਵੀ ਸ਼ਹੀਦ ਹੋਏ। ਇੱਥੇ ਦੇਖਣ ਵਾਲੀ ਗੱਲ ਹੈ ਕਿ ਇੰਨੀ ਛੋਟੀ ਉਮਰ ਵਿੱਚ, ਜਿਸ ਵਕਤ ਉਹਨਾਂ ਦੇ ਪਿਤਾ ਜੀ ਸ਼ਹੀਦ ਹੋਏ ਗੁਰੂ ਤੇਗ ਬਹਾਦਰ ਸਾਹਿਬ, ਉਸ ਵਕਤ 9 ਸਾਲ ਦੀ ਉਮਰ ਸੀ। ਪਹਿਲੀ ਜੰਗ ਉਹਨਾਂ ਨੇ ਭੰਗਾਣੀ ਜਿਸੇ ਲੜੀ, ਉਸ ਵੇਲੇ 22 ਸਾਲ ਦੀ ਉਮਰ ਸੀ, ਬੜੀ ਛੋਟੀ ਉਮਰ ਸੀ। 1691 ਵਿੱਚ ਨਦੌਣ ਦਾ ਜੰਗ ਜਿੱਤੇ, ਉਸ ਵੇਲੇ 25 ਸਾਲ ਦੀ ਉਮਰ ਸੀ। ਸੋ ਇੰਨੀ ਛੋਟੀ ਉਮਰ ਦੇ ਵਿੱਚ ਅਗਰ ਉਹਨਾਂ ਨੇ ਜੰਗ ਜਿੱਤੇ ਤਾਂ ਉਹ ਸ਼ਸਤਰਾਂ ਦੀ ਮਦਦ ਦੇ ਨਾਲ ਹੀ ਜਿੱਤੇ। ਕਿਸੇ ਦੇ ਅੱਗੇ ਉਹਨਾਂ ਨੇ ਆਪਣਾ ਸਿਰ ਝੁਕਾ ਕੇ ਤੇ ਕਿਸੇ ਦੀ ਜ਼ਿਆਦਤੀ ਜ਼ਬਰ ਨੂੰ ਬਰਦਾਸ਼ਤ ਨਹੀਂ ਕੀਤਾ। ਇਹ ਸੀ ਕਾਰਨ ਜਿਸ ਕਰਕੇ ਕਿ ਉਹਨਾਂ ਨੂੰ ਸ਼ਸਤਰ ਚੁੱਕਣੇ ਪਏ। ਇੱਥੇ ਇੱਕ ਗੱਲ ਮੈਂ ਹੋਰ ਇਹ ਵੀ ਕਹਿ ਦਾਂ ਕਿ ਜਿਹੜੀ ਇਹ ਤੁਕ ਹੈ, ਜੋ ਤੋ ਪ੍ਰੇਮ ਖੇਲਨ ਕਰ ਜਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਆਮ ਲੋਕੀ ਇਹ ਗੱਲ ਜਿਹੜੇ ਕਥਾਵਾਚਕ ਪ੍ਰਚਾਰਕ ਰਾਗੀ ਇਹ ਅਕਸਰ ਕਹਿੰਦੇ ਨੇ ਕਿ ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਆਪਣੀ ਗਰਦਨ ਕਟਾਉਣ ਲਈ ਤਿਆਰ ਹੋ ਜਾਓ। ਇਹ ਗੱਲ ਨਹੀਂ ਹੈ। ਗੁਰੂ ਸਾਹਿਬ ਕੋਈ ਇਸ ਕਿਸਮ ਦੀ ਦਿਖਾਵੇ ਵਾਲੀ ਗੱਲਾਂ ਨਹੀਂ ਸੀ ਕਰਦੇ। ਉਹਨਾਂ ਨੇ ਇਹ ਕਿਹਾ ਕਿ ਜੇ ਤੁਹਾਨੂੰ ਸੱਚਾਈ ਦਾ ਖੇਲ ਜਿਹੜਾ ਹੈ, ਧਰਮ ਦਾ ਖੇਲ ਜਿਹੜਾ ਹੈ, ਇਸ ਦੇ ਵਿੱਚ ਤੁਹਾਨੂੰ ਆਉਣ ਦਾ ਚਾਅ ਹੈ, ਸ਼ੌਕ ਹੈ, ਤਾਂ ਸਿਰ ਧਰ ਤਲੀ। ਇਸ ਦਾ ਮਤਲਬ ਹੈ ਕਿ ਆਪਣੀ ਹਉਮੈ, ਆਪਣੀ ਈਗੋ, ਆਪਣਾ ਮਨਮਤ, ਉਸ ਨੂੰ ਤਿਆਗ ਕੇ ਤੇ ਮੇਰੇ ਪਾਸ ਆਓ। ਆਪਣੇ ਆਪ ਨੂੰ ਸਮਰਪਣ ਕਰੋ ਗੁਰੂ ਦੇ ਪ੍ਰਤੀ। ਗੁਰੂ ਦੇ ਦਿੱਤੀ ਹੋਈ ਮਤ, ਗੁਰਮਤ ਦੇ ਅਨੁਸਾਰ ਚੱਲੋ। ਇਹ ਅਰਥ ਹੈ ਸਿਰ ਧਰ ਤਲੀ ਗਲੀ ਮੇਰੀ। ਔਰ ਵਿਸਾਖੀ ਜਿਹੜੀ 1699 ਦੀ ਸੀ, ਜਿਸ ਦੇ ਸੰਬੰਧ 'ਚ ਗੱਲ ਅਸੀਂ ਕਰ ਰਹੇ ਹਾਂ, ਉਸ ਵਕਤ ਉਹਨਾਂ ਨੇ 2 ਸ਼ਸਤਰਾਂ ਨੂੰ ਜਿਹੜੇ ਪਹਿਲੇ ਉਹ ਖੁਦ ਵਰਤਦੇ ਸਨ, ਉਹ ਉਹਨਾਂ ਨੇ ਸਾਰੀ ਸਿੱਖ ਕੌਮ ਨੂੰ ਦਿੱਤੇ। ਕੀ ਸੀ? ਪਾਹੁਲ ਦੀ ਤਿਆਰੀ ਜਿਹੜੀ ਸੀ ਉਹ ਖੰਡੇ ਦੀ ਧਾਰ ਤੇ ਹੋਈ। ਖੰਡਾ ਉਸ ਦਿਨ ਤੋਂ ਸਿੱਖ ਧਰਮ ਦੀ ਇੱਕ ਅਨਿੱਖੜਵਾਂ ਹਿੱਸਾ ਬਣ ਗਿਆ। ਔਰ ਜਿਹੜੇ 5 ਕਕਾਰ ਸਨ, ਉਹਨਾਂ ਵਿੱਚ ਉਹਨਾਂ ਨੇ ਕਿਰਪਾਨ ਨੂੰ ਸ਼ਾਮਿਲ ਕੀਤਾ ਔਰ ਇਹ ਕਿਹਾ ਕਿ ਹਰ ਸਿੱਖ ਜਿਹੜਾ ਹੈ ਖਾਲਸਾ, ਉਹ ਕਿਰਪਾਨਧਾਰੀ ਹੋਏਗਾ। ਸੋ ਦੇਖੋ 2 ਸ਼ਸਤਰ ਉਹਨਾਂ ਨੇ ਉਸ ਦਿਨ ਆਪਣੇ ਆਪ ਤੇ ਖੈਰ ਉਹ ਪਹਿਲੇ ਵੀ ਵਰਤਦੇ ਸਨ, ਪਰ ਜੰਗਾਂ 'ਚ ਉਹਨਾਂ ਨੇ ਵਰਤੇ ਨੇ। ਲੇਕਿਨ ਉਸ ਦਿਨ ਤੋਂ ਉਹਨਾਂ ਨੇ ਸਿੱਖ ਕੌਮ ਨੂੰ, ਹਰ ਇੱਕ ਸਿੱਖ ਨੂੰ ਵੀ ਇਹ ਦਾਤ ਦਿੱਤੀ ਸ਼ਸਤਰਾਂ ਦੀ। ਔਰ ਅੱਗੇ ਫਿਰ ਸ਼ਸਤਰਾਂ ਦੀ ਉਹਨਾਂ ਨੇ ਬੜੀ ਉਸਤਤ ਕੀਤੀ ਹੈ। ਜਾਪ ਸਾਹਿਬ ਵਿੱਚ ਵੀ ਆਂਦਾ ਹੈ, ਨਮੋ ਸ਼ਸਤਰ ਪਾਣੇ, ਨਮੋ ਅਸਤਰ ਮਾਣੇ। ਸ਼ਸਤਰ ਹੱਥ ਵਿੱਚ ਫੜ ਕੇ ਜਿਹੜੇ ਚਲਾਏ ਜਾਂਦੇ ਨੇ, ਅਸਤਰ ਜਿਹੜੇ ਹੱਥੋਂ ਮਿਜ਼ਾਈਲਸ ਛੱਡੀਆਂ ਜਾਂਦੀਆਂ ਨੇ, ਉਹਨਾਂ ਦੋਨਾਂ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਮੈਂ ਉਹਨਾਂ ਨੂੰ ਨਮਸਕਾਰ ਕਰਦਾ, ਉਹਨਾਂ ਦੀ ਸਤਿਕਾਰ ਕਰਦਾ। ਨਮਸਕਾਰ ਇਸ ਤਰ੍ਹਾਂ ਨਹੀਂ ਕਿ ਅਸੀਂ ਕੋਈ ਪੂਜਾ ਕਰਨੀ ਹੈ ਇਨ ਦੀ ਟ੍ਰੈਡੀਸ਼ਨਲ ਸੈਂਸ, ਨੋਟ ਦੈਟ, ਪਰ ਉਹਨਾਂ ਦਾ ਸਤਿਕਾਰ ਕਰਨਾ, ਉਹਨਾਂ ਨੂੰ ਇੰਪੋਰਟੈਂਸ ਦੇਣੀ। ਅੱਗੇ ਇਸੇ ਤਰ੍ਹਾਂ ਦਸਮ ਗ੍ਰੰਥ 'ਚ ਵੀ ਆਂਦਾ, ਨਮਸਕਾਰ ਸ੍ਰੀ ਖੜਕ ਕੋ ਸੋ ਹਿਤ ਚਿੱਤ ਲਾਏ। ਉਹ ਕਹਿੰਦੇ ਕਿ ਮੈਂ ਬੜੇ ਪਿਆਰ ਨਾਲ ਇਹਨਾਂ ਸ਼ਸਤਰਾਂ ਨੂੰ ਆਪਣੇ ਦਿਲ ਨਾਲ ਲਾਇਆ।
with affection in my heart. इन्हां दा मैं सत्कार करदा, नमस्कार करदा। फिर अगे भी गुरु गोबिंद सिंह जी महाराज उस बाणी दे विच जिक्र करते हैं, कलम कारणे नमो खड़ग प्राणम, आई सैल्यूट द wielder of the sword, wielder of the sword who is the source of power। वो परमात्मा नू कर रहे ने नमस्कार, सैल्यूट, लेकिन कह रहे ने कि वो परमात्मा उन्हां दे सामने एक खड़ग दे रूप विच आके खड़ा है, इसलिए मैं उसनू नमस्कार करता। नमो देव देवम नमो खड़गधारी, मैं उस परमात्मा देवां दा देव, गॉड ऑफ गॉड्स, वाहिगुरु, उसनू नमस्कार करदा हां जिसदे हत्थ विच धारी, ਉਹਦੇ ਹੱਥ ਵਿੱਚ तलवार है, या तलवार उसका धरती के उत्ते एक रिप्रेजेंटेटिव है, रिप्रेजेंटेशन है, सिंबल है या मैनिफेस्टेशन। या काल में सब कल कृपान की, भारी भुजान को भारी भरोसो। इन दिस एज, या काल में सब कल कृपान की, ये जिन्नी भी विश्वास है साडा वो कृपान दे उत्ते है, पर नाल उन्होंने क्या, भारी भुजान को भारी भरोसो, ਉਹਦੇ ਲਈ ਨਾਲ स्ट्रॉन्ग आर्म्स ਤੇ डिटरमिनेशन भी चाहिए है। अगर ये ਤੁਹਾਡੇ पास है ਤਾਂ ਇਸ ਸਮੇਂ ਦੇ ਵਿੱਚ ਤੁਸੀਂ ਕਿਰਪਾਨ ਹੀ ਇੱਕ ਐਸੀ ਚੀਜ਼ ਹੈ ਜਿਸ ਦੇ ਉੱਤੇ ਟਰਸਟ ਕਰ ਸਕਦੇ ਹੋ। ਇਹ ਗੁਰਬਾਣੀ ਹੈ। ਅੱਗੇ ਸ਼ਸਤਰਨਾਮੇ ਵਿੱਚ ਹੀ ਇਹ ਬੜੀ ਇੱਕ ਫੇਮਸ ਲਾਈਨ ਹੈ ਜਿਸ ਨੂੰ ਅਕਸਰ ਕੋਟ ਕੀਤਾ ਜਾਂਦਾ ਹੈ, ਅਸ ਕਿਰਪਾਨ ਖੰਡੋ ਖੜਗ तुपक तबर और तीर, सैफ सरोही साहिब की यही हमारे पीर। अस्तम मतलब एक किस्म की कर्व्ड स्वॉर्ड है या तलवार है, मैं अगे भी तस्वीर भी दिखावांगा। कृपान और खंडे, खंडा वो हुंदा जिसदे डबल एज हुंदा, और खड़ग भी एक किस्म की यानी तलवार है जिहड़ी कृपान तो वड्डी हुंदी है, ते तुपक जिहड़ी है वो गन नूं किया जाता है। तबर एक किस्म का बैटल एक्स है जिसनों मेस भी कह सकते, और तीर सब समझते हैं। सो उन्होंने इन्होंने की किया कि ये जिहड़े शस्त्र ने जिन्हां दा इत्थे जिक्र उन्होंने किया, वो कहंदे ये मेरे पीर ने। पीर हुंदे ने गाइड्स, तुहाडे रस्ता दिखाण वाले, रहबर, रहनुमा। और गुरु साहब ने ਜਿਹੜੇ ਸ਼ਸਤਰਨਾਮਾ ਦੇ 1318 ਕੁੱਲ ਪੰਕਤੀਆਂ ਨੇ, ਉਹਨਾਂ 'ਚ ਮੈਂ ਜਿਸ ਤਰ੍ਹਾਂ ਕਿਹਾ ਵੀ ਸ਼ਸਤਰਾਂ ਦੀ ਬਾਰੇ ਹੀ ਉਹਨਾਂ ਨੇ ਜ਼ਿਕਰ ਕੀਤਾ, ਜੰਗਾਂ ਬਾਰੇ ਜ਼ਿਕਰ ਕੀਤਾ, ਉਹਨਾਂ ਦਾ ਸਤਿਕਾਰ ਕੀਤਾ, ਔਰ ਇਹ ਦੱਸਿਆ ਕਿ ਕਿੱਥੇ ਵਰਤਣੇ ਕਿੱਥੇ ਨਹੀਂ ਵਰਤਣੇ, ਇਹ ਵੀ ਕਿਹਾ। ਉਸ ਦੇ ਵਿੱਚੋਂ ਇਹ ਦੋ ਲਾਈਨਾਂ ਮੈਂ ਤੁਹਾਨੂੰ ਕੋਟ ਕੀਤੀਆਂ ਨੇ, ਪਹਿਲੇ ਵੀ ਕੁਝ ਲਾਈਨਾਂ ਉੱਪਰ ਸੀਗੀਆਂ, ਇਹ ਉਹਨਾਂ 'ਚੋਂ ਹੈ। ਹੁਣ ਮੈਂ ਤੁਹਾਨੂੰ ਉਹਨਾਂ ਦੇ ਜਿਹੜਾ ਸਿੱਖ ਮਿਊਜ਼ੀਅਮ ਹੈ ਉਸ ਦੇ ਵਿੱਚੋਂ ਜਿਹੜੀਆਂ ਤਸਵੀਰਾਂ ਮੈਂ ਲਈਆਂ ਨੇ, ਉੱਪਰ ਤਲਵਾਰ ਹੈ, ਇਹ ਅਸ ਜਿਸ ਦਾ ਮੈਂ ਜ਼ਿਕਰ ਕੀਤਾ ਥੋੜੀ ਜਿਹੀ ਕਰਵਡ ਹੁੰਦੀ ਹੈ, ਹਲਕੀ ਹੁੰਦੀ ਹੈ, ਔਰ ਇਹ ਆਮ ਤੌਰ ਤੇ ਇਸਦੀ ਤਕਰੀਬਨ ਜਿਹੜੀ ਇਸ ਦੀ ਲੈਂਥ ਹੈ ਉਹ 30 ਤੋਂ 33 ਇੰਚ ਦੇ ਵਿਚਕਾਰ ਇਸ ਦੀ ਲੈਂਥ ਹੁੰਦੀ ਹੈ। ਖੰਡਾ ਅਸੀਂ ਆਮ ਤੌਰ ਤੇ ਇਹ ਸਾਰੇ ਜਿਹੜੀ ਤਸਵੀਰ ਹੈ ਇਸਨੂੰ ਖੰਡਾ ਕਹਿੰਦੇ ਆ, ਪਰ ਦਰਅਸਲ ਖੰਡਾ ਜਿਹੜਾ ਸੈਂਟਰ ਦੇ ਵਿੱਚ ਵਰਟੀਕਲ ਸਿੱਧਾ ਸ਼ੋ ਕੀਤਾ ਗਿਆ ਹੈ, ਇਹ ਉਹ ਖੰਡਾ ਹੈ। ਉਹਦੇ ਚਾਰ ਚੁਫੇਰੇ ਇੱਕ ਚੱਕਰ ਹੈ ਜਿਸ ਨੂੰ ਦਸਤਾਰ ਦੇ ਉੱਤੇ ਪਹਿਨਿਆ ਜਾਂਦਾ ਹੈ, ਔਰ ਸਾਈਡਾਂ ਤੇ ਜਿਹੜੀਆਂ ਦੋ ਤਲਵਾਰਾਂ ਨੇ ਇਹ ਉਹ ਨੇ ਜਿਨ੍ਹਾਂ ਦਾ ਮੈਂ ਪਿੱਛੇ ਜ਼ਿਕਰ ਕੀਤਾ ਉੱਪਰ। ਔਰ ਕਿਰਪਾਨ ਜਿਹੜੀ ਹੈ ਹੁਣ 9 ਇੰਚ ਦੀ ਇਸਨੂੰ ਸਮਝਿਆ, ਇਸਨੂੰ ਅਲਾਉਡ ਕੀਤੀ ਜਾਂਦੀ ਹੈ। ਵੈਸੇ ਸ਼ੁਰੂ 'ਚ ਇਹ 18 ਇੰਚ ਦੀ ਸੀ, ਪਰ ਬਾਅਦ ਦੇ ਵਿੱਚ ਹੁਣ 9 ਇੰਚ ਦੀ ਲੈਂਥ ਇਸ ਦੀ ਪ੍ਰੈਸਕ੍ਰਾਈਬਡ ਲੀਗਲੀ ਅਸੈਪਟਡ। ਅੱਗੇ ਮੈਂ ਆਪ ਜੀ ਨੂੰ
दर्शन करा रहे हैं तलवार जिसनों खंडा किया जाता है पिछे मैं दिखाया सी ਜਿਹੜਾ ਉਸ ਦੇ ਵਿੱਚ ਵਰਟੀਕਲ ਸੀ। ਇਹ ਖੰਡੇ ਦੋ ਕਿਸਮ ਦੇ ਹੁੰਦੇ ਨੇ, ਇੱਕ ਇਹ ਹੈ ਕਿ ਜਿਹਦੇ ਦੋਨੋਂ ਸਾਈਡਾਂ ਸ਼ਾਰਪ ਹੁੰਦੀਆਂ ਨੇ, ਇੱਕ ਉਹ ਜਿਸ ਤੇ ਇੱਕ ਸਾਈਡ ਸ਼ਾਰਪ ਹੁੰਦੀ ਹੈ, ਇੱਕ ਸਾਈਡ ਥੋੜੀ ਜਿਹੀ ਕਿੰਗਰੀਆਂ ਵਾਲੀ ਹੁੰਦੀ ਹੈ, ਜਿਸ ਤਰ੍ਹਾਂ ਆਰੀ ਦੇ ਦੰਦੇ ਹੁੰਦੇ ਨੇ ਉਸ ਤਰ੍ਹਾਂ ਇੱਥੇ ਉੱਪਰ ਉਹ ਦਿਖਾਇਆ ਗਿਆ। ਇਹਦੀ ਲੰਬਾਈ ਵੀ ਥੋੜੀ ਜ਼ਿਆਦਾ ਹੁੰਦੀ ਹੈ, 36 ਇੰਚ ਦੇ ਕਰੀਬ ਹੁੰਦੀ ਹੈ, ਪਰ ਥੋੜੀ ਜਿਹੀ ਪਲੱਸ ਮਾਈਨਸ ਹੋ ਸਕਦੀ ਹੈ। ਇੱਕ ਸਟੈਂਡਰਡ ਇਸ ਦੀ 36 ਇੰਚ ਗਿਣੀ ਜਾਂਦੀ ਹੈ ਔਰ ਇਹ ਭਾਰਾ ਹੁੰਦਾ ਔਰ ਮੈਂ ਦੱਸਾਂਗਾ ਇਹਨੂੰ ਕਿੱਥੇ ਵਰਤਿਆ ਜਾਂਦਾ। ਹੇਠਾਂ ਇੱਕ ਗੁਰੂ ਸਾਹਿਬ ਦੇ ਸ਼ਸਤਰਾਂ ਵਿੱਚੋਂ ਜਿਹੜੇ ਪ੍ਰਮੁੱਖ ਸਨ, ਇੱਕ ਢਾਲ ਹੈ ਜਿਸ ਨੂੰ 15 ਤੋਂ 18 ਇੰਚ ਦਾ ਇਸ ਦਾ ਡਾਇਮੀਟਰ ਹੁੰਦਾ ਔਰ ਇਹ ਆਪਣੀ ਛਾਤੀ ਦੇ ਸਾਹਮਣੇ ਰੱਖ ਕੇ ਬਣਿਆ ਜਾਂਦਾ। ਅੰਦਰਲੇ ਪਾਸੇ ਇਸ ਦੇ ਸੌਫਟ ਕਾਟਨ ਦੀ ਪੈਡਿੰਗ ਹੁੰਦੀ ਹੈ ਤਾਂ ਕਿ ਜਿਸ ਵਕਤ ਇਸ ਦੇ ਉੱਤੇ ਵਾਰ ਹੋਵੇ ਤਾਂ ਉਸ ਦੇ ਨਾਲ ਛਾਤੀ ਨੂੰ ਧਮਕ ਉਸ ਦਾ ਨੁਕਸਾਨ ਨਾ ਹੋਵੇ। ਔਰ ਚੱਕਰ ਜਿਸ ਦਾ ਮੈਂ ਤੁਹਾਨੂੰ ਦਿਖਾ ਰਿਹਾ ਥੱਲੇ, ਇਹਦਾ ਇੱਕ ਰਿੰਗ ਹੈ ਸਟੀਲ ਦਾ ਜਿਹਦੇ ਕਿ ਡਾਇਮੀਟਰ ਇੰਟਰਨਲ ਜਿਹੜਾ ਹੈ ਅੰਦਰਲਾ ਡਾਇਮੀਟਰ ਉਹ 12 ਇੰਚ ਹੁੰਦਾ ਤੇ ਜਿਹਦੀ ਚੌੜਾਈ ਜਿਹੜੀ ਰਿੰਗ ਦੀ ਹੈ ਉਹ 1 ਇੰਚ ਦੇ ਕਰੀਬ ਹੁੰਦੀ ਹੈ ਔਰ ਇਹਦਾ ਪਰਪਸ ਡਿਊਅਲ ਹੁੰਦਾ ਹੈ। ਇੱਕ ਤਾਂ ਇਸ ਨੂੰ ਦਸਤਾਰ ਦੇ ਉੱਤੋਂ ਪਾਇਆ ਜਾਂਦਾ ਸੀ ਜੰਗ ਦੇ ਟਾਈਮ ਦੇ ਵਿੱਚ, ਗੁਰੂ ਸਾਹਿਬ ਦੇ ਸਮੇਂ 'ਚ ਔਰ ਬਾਅਦ ਦੇ ਵਿੱਚ ਵੀ ਸਿੱਖ ਫੌਜ ਪਾਉਂਦੀ ਰਹੀ ਹੈ, ਅੰਗਰੇਜ਼ਾਂ ਦੇ ਟਾਈਮ ਵਿੱਚ ਵੀ ਔਰ ਹੁਣ ਵੀ ਪਾਉਂਦੀ ਹੈ, ਕਈ ਸੈਰੇਮੋਨੀਅਲ ਔਰ ਕਈ ਵੈਸੇ ਵੀ। ਤੇ ਇਹਨਾਂ ਨੂੰ ਉਸ ਟਾਈਮ ਦੇ ਗਰਦਨ ਦੇ ਵਿੱਚ ਵੀ ਪਾਇਆ ਜਾਂਦਾ ਸੀ ਤਾਂ ਕਿ ਜੇ ਕੋਈ ਬੰਦਾ ਆਪਣੇ ਤਲਵਾਰ ਨਾਲ ਤੁਹਾਡੇ ਤੇ ਗਰਦਨ ਤੇ ਹਮਲਾ ਕਰਦਾ ਹੈ ਤੇ ਗਰਦਨ ਨਹੀਂ ਕੱਟੀ ਜਾਏਗੀ। ਇਹ ਜਿਹੜੇ ਚੱਕਰ ਹਨ ਗਰਦਨ ਦੇ ਉੱਤੇ ਇਹ ਉਸ ਨੂੰ ਪ੍ਰੋਟੈਕਟ ਕਰ ਸਕਦੇ ਨੇ। ਸੋ ਇਹ ਮੇਨ ਯਾਨੀ ਉਹਨਾਂ ਦੇ ਸ਼ਸਤਰ ਸੀ। ਹੋਰ ਵੀ ਬਹੁਤ ਸਾਰੇ ਨੇ ਪਰ ਮੈਂ ਸਾਰੇ ਨਹੀਂ ਦਿਖਾ ਰਿਹਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਸ਼ਸਤਰਨਾਮਾ ਮਾਲਾ ਹੈ ਉਸ ਵਿੱਚ ਜਿਹੜੇ ਸ਼ਸਤਰ ਨੇ ਉਹਨਾਂ ਦੀ ਬਾਰੇ ਇੱਕ ਤਾਂ ਮੈਂ ਆਪ ਜੀ ਨੂੰ ਖੰਡੇ ਦੀ ਗੱਲ ਕੀਤੀ। ਇਹ ਜੰਗ ਵਿੱਚ ਆਮੋ ਸਾਹਮਣੇ ਵਰਤਿਆ ਜਾਂਦਾ। ਜਦੋਂ ਸਿਪਾਹੀ ਜਾਂ ਬਹਾਦਰ ਜਿਹੜੇ ਲੜਦੇ ਨੇ ਆਮੋ ਸਾਹਮਣੇ ਇੱਕ ਦੂਸਰੇ ਦੇ ਨਾਲ ਖਲੋ ਕੇ ਲੜਦੇ ਨੇ, ਘੋੜੇ ਤੇ ਨਹੀਂ, ਪੈਦਲ ਜਿਹੜੀ ਫੌਜ ਹੁੰਦੀ ਹੈ ਔਰ ਇਹ ਕਿਸਮ ਦਾ ਆਖਰੀ ਹਥਿਆਰ ਸਮਝਿਆ ਜਾਂਦਾ। ਔਰ ਸਿੱਖ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਬਾਬਾ ਦੀਪ ਸਿੰਘ ਜੀ ਦਾ ਨਾਮ ਲਿਆ ਜਾਂਦਾ ਜਿਨ੍ਹਾਂ ਨੇ ਖੰਡਾ ਕਹਿੰਦੇ ਨੇ ਕਿ 18 ਉਸ ਵਕਤ ਸ਼ੇਰ ਹੁੰਦੇ ਸੀ, 18 ਸ਼ੇਰ ਦਾ ਭਾਰ ਵਾਲਾ ਖੰਡਾ ਸੀ। ਉਹ ਕਹਿੰਦੇ ਵੀ ਜਿਸ ਬੰਦੇ ਦੇ ਗਰਦਨ ਤੇ ਇੱਕ ਵਾਰੀ ਉਹ ਮਾਰ ਦਿੰਦੇ ਸਨ ਉਹ ਗਰਦਨ ਨਾਲੋਂ ਲੱਥ ਜਾਂਦੀ ਸੀ। 1757 ਵਿੱਚ ਜਦੋਂ ਅਬਦਾਲੀ ਨੇ ਅੰਮ੍ਰਿਤਸਰ ਦੇ ਉੱਤੇ ਹਮਲਾ ਕੀਤਾ ਸੀ ਤਾਂ ਉਸ ਵਕਤ ਬਾਬਾ ਦੀਪ ਸਿੰਘ ਜੀ ਨੇ ਸ਼ਹੀਦ ਜੋ ਹੋਏ ਉਹਨਾਂ ਨੇ ਦੋਨਾਂ ਹੱਥਾਂ 'ਚ 18 ਸ਼ੇਰ ਦੇ ਖੰਡੇ ਲੈ ਕੇ ਸੈਂਕੜੇ ਮੁਗਲ ਫੌਜ ਨੂੰ ਕਤਲ ਕੀਤਾ, ਮਾਰਿਆ ਔਰ ਉਹ ਫੌਜਾਂ ਵਿੱਚ ਭਗਦੜ ਮਚ ਗਈ। ਉਹ ਲੋਕੀ ਦੌੜਨੇ ਸ਼ੁਰੂ ਹੋ ਗਏ ਕਿ ਲੋਕ ਤਾਂ ਇੱਕ ਹੱਥ ਵਿੱਚ ਹੀ ਖੰਡਾ ਚੁੱਕ ਕੇ ਨਹੀਂ ਲੜ ਸਕਦੇ, ਉਹ ਦੋਨਾਂ ਹੱਥਾਂ 'ਚ ਉਹਨਾਂ ਦੇ ਖੰਡੇ ਸਨ। ਔਰ ਬਾਅਦ ਦੇ ਵਿੱਚ ਜਦੋਂ ਅਬਦਾਲੀ ਨੇ ਸਾਰੀ ਫੌਜ ਨੂੰ ਇਹ ਕਿਹਾ ਕਿ ਤੁਸੀਂ ਸਾਰੇ ਹੋਰਨਾਂ ਨੂੰ ਛੱਡ ਦਿਓ, ਸਿਰਫ ਬਾਬਾ ਦੀਪ ਸਿੰਘ ਜੀ ਦੇ ਨੂੰ ਹੀ ਘੇਰਾ ਪਾਓ। ਬਾਬਾ ਦੀਪ ਸਿੰਘ ਨੂੰ ਜਿਸੇ ਘੇਰਾ ਪਿਆ, ਬੜੀ ਵੱਡੀ ਫੌਜ ਹਜ਼ਾਰਾਂ ਦੀ ਗਿਣਤੀ ਵਿੱਚ, ਉਸ ਵਕਤ ਉਹਨਾਂ ਦਾ ਜਦ ਸੀਸ ਧੜ ਤੋਂ ਵੱਖਰਾ ਹੋਇਆ ਤਾਂ ਇੱਕ ਹੱਥ ਵਿੱਚ ਉਹਨਾਂ ਨੇ ਸੀਸ ਤੇ ਦੂਜੇ ਹੱਥ ਵਿੱਚ ਖੰਡਾ ਲੈ ਕੇ ਫਿਰ ਵੀ ਲੜਦੇ ਰਹੇ ਔਰ ਲੜਦੇ ਲੜਦੇ ਹੀ ਗੁਰੂ ਅੱਗੇ ਜੋ ਅਰਦਾਸ ਕੀਤੀ ਸੀ ਉਹਦੇ ਅਨੁਸਾਰ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਉਹ ਪੁੱਜੇ ਜਿੱਥੇ ਅੱਜ ਵੀ ਉਹਨਾਂ ਦੀ ਯਾਦਗਾਰ ਹੈ। ਸੋ ਇਹ ਖੰਡਾ ਇੱਕ ਸਿੱਖ ਇਤਿਹਾਸ ਦਾ ਗੁਰੂ ਸਾਹਿਬ ਦੇ ਸਮੇਂ ਤੋਂ ਬੜਾ ਇੱਕ ਫੇਮਸ, ਇੱਕ ਬੜਾ ਖਾਸ ਹਥਿਆਰ ਮੰਨਿਆ ਜਾਂਦਾ ਕਿਉਂਕਿ ਉਸ ਵਕਤ ਬਹੁਤ ਸਾਰੀਆਂ ਲੜਾਈਆਂ ਹੈਂਡ ਟੂ ਹੈਂਡ ਹੁੰਦੀਆਂ ਸਨ, ਪੈਦਲ ਹੁੰਦੀਆਂ ਸਨ, ਜਿਸ ਨੂੰ ਆਪਾਂ ਇਨਫੈਂਟਰੀ ਕਹਿੰਦੇ।
तलवार जिसकी मैं गल की है, ये आम तौर पर शुरू जी दिखाई से उपर 30-33 इंच वाली तलवार हल्की होंगी है। ये घोड़सवार ही वरतते हैं, घोड़े के उत्ते जिहड़े बैठे हुए सिपाही होंगे ने, जदों वो किसी दूसरे दे नाल घोड़सवार नाल या जमीनी फौज नाल लड़ते हैं, वो इस तलवार नूं वरतते और एक हत्थ विच उन्हां दे तलवार हुंदी है ते दूसरे विच जिहड़ी ढाल मैं तुहानूं दिखाई सी वो उन्हां दे छाती दे ते हुंदी है या हत्थ विच हुंदी है और उस दे नाल वो अपने आप नूं प्रोटेक्ट करते हैं। पर ये लाइट है, दिस इज़ नॉट हैवी, क्योंकि इसनूं तुसीं स्विंग करना है। इस तो बाद गल आंदी है किरपान दी। ये वर्ड कहा जाता है कि मैं एक जगह ते पढ़िया कि एक किरपा और आन दो शब्दों का मेल है, संधि है और इस विच गुरु की किरपा मंगी गई है कि हे गुरु महाराज आप अपनी किरपा करो जिस नाल असी धर्म दी, मजलूम दी और अपनी रक्षा कर सकी। गुरु की किरपा मंग के इसनूं वरतिया जाता है और ये 5 ककारां विचों एक है जिसनूं जिस तरह मैं दस्सिया कि विसाखी 1699 तो बाद इसनूं हर सिख के लिए उन्होंने लाजमी किया और इसनूं तुसीं लिजा भी सकते हो अपने नाल चेक लगेज दे विच। और पहले इसकी लंबाई मैं जिस तरह दस्सिया कि 18 इंच होया करती सी वर्ल्ड वार 1 तक, क्योंकि वर्ल्ड वार 1 में सिख फौज जिहड़ी सी वो अंग्रेज़ हुकूमत के मतहत लड़ती सी और वो चाहते सन कि सिख जिहड़े ने उन्हां दे धार्मिक चिन्ह जिहड़े ने या किरपाना या होर चीज़ां उन्हां दे नाल किसी तरह नाल भी कोई मेडल ना किया जाए, जो चाहते सन वो करते सन। पर उस तो बाद 18 इंच तो बाद उन्होंने इस बारे डिस्कशन शुरू होया कि ये लंबाई ज़्यादा है। तो उसनों एक सिख रहत का जरूरी अंग बन के उसनों पहनन का प्रवानगी है, लेकिन उसकी लंबाई जिहड़ी है वो हुण घटा के 9 इंच कर दी गई है। तो जिस चों कहते हैं कि जिहड़ा उसका हत्थी है वो 3 इंच तक दी और बाकी 6 इंच उसका ब्लेड होना चाहिए। सो ये इस वेले की स्थिति है और ये मैं इन्हां शस्त्रां के बारे आप जी नूं दस्सिया है। और गुरु गोबिंद सिंह जी महाराज ने इस जिहड़ी किरपान तलवार है उसकी शरण भी वो लई है और उन्होंने कहा आई सीक द शेल्टर ऑफ गॉड हु हैज स्वॉर्ड ऑन हिज फ्लैग। उन्होंने कहा खड़ग केत में शरण तिहारी। केत जिहड़ा वर्ड है इट मीनस फ्लैग, जिस दी फ्लैग उत्ते या जिस दे चिन्ह वास्ते कह लो या कुछ भी निशानी कह लो विच खड़ग है, उस परमात्मा दी मैं शरण लेना है और वही उन्हां दी आस ओट मंग के और उन्होंने कहा कि तुसी मैनू ए परमात्मा हे गुरु गिव मी योर हैंड एंड प्रोटेक्ट मी। ये चौपाई दे विच आंदा है खड़ग केत मैं शरण तिहारी आप हाथ दे लियो मारी। उन्होंने किसी जगह भी जिहड़ी तलवार है या शस्त्र है उसका कोई दुरुपयोग करने की गल नहीं की। उन्होंने परमात्मा कोलों उसनूं ठीक जगह ते वरतन लई बेनती की है। फिर गल आंदी है रहतनामिਆਂ ਦੀ। कई रहतनामे लिखे गए उन्होंने समय दे विच, बाद दे विच उन्हां नूं स्टैंडर्डाइज करके सिख कमेटियां ने उसनूं एक डेफिनेट शेप दिता। पर शुरू विच कई सन, भाई चौपा सिंह जी सी, भाई नंद लाल जी सी, भाई देसा सिंह जी, भाई दया सिंह जी, होर भी। जिस तरह तुसीं देखो कि शस्त्रां का सत्कार उन्होंने किया भाई नंद लाल जी ने। एक जगह उन्होंने कहा कि कछ कृपान ना कबहू त्यागै, अपने शरीर तो ये 2 चीज़ां कभी भी त्यागणियां। लंबी है ये सारी उन्हां दी वार, मैं सिर्फ इस कृपान के संदर्भ में गल कर रहा। इस तरह वो अगे ये भी कहते हैं कि खालसा सोए शस्त्र को तारे, शस्त्रहीन कबू ना होई।
ਸਿੰਘ ਸਿੰਘ ਪਰ ਸ਼ਸਤਰ ਨਾ ਕਰੇ। ਇੱਕ ਸਿੱਖ ਦੂਸਰੇ ਸਿੱਖ ਦੇ ਉੱਤੇ ਸ਼ਸਤਰ ਨਾਲ ਵਾਰ ਨਾ ਕਰੇ, ਤਬ ਹੀ ਸ਼ਸਤਰ ਧਰੇ। ਜੇ ਸ਼ਸਤਰ ਧਰਨਾ ਹੈ ਤਾਂ ਫਿਰ ਇੱਕ ਸਿੱਖ ਦੂਸਰੇ ਸਿੱਖ ਉੱਤੇ ਉਹਨੂੰ ਵਾਰ ਨਾ ਕਰੇ। ਇਹ ਵੀ ਇੱਕ ਉਹਨਾਂ ਨੇ ਸ਼ਰਤ ਲਗਾਈ। ਅੱਗੇ ਇਹ ਵੀ ਕਹਿੰਦੇ ਨੇ ਕਿ ਜਦੋਂ ਅਰਦਾਸ ਕਰਨੀ ਹੈ ਗੁਰੂ ਅੱਗੇ, ਉਸ ਵੇਲੇ ਵੀ ਸ਼ਸਤਰ ਹੋਣਾ ਚਾਹੀਦਾ। ਸ਼ਸਤਰ ਬਿਨਾ ਅਰਦਾਸ ਨਾ ਕਰਨੀ। ਠੀਕ ਹੈ, ਕਰਦੇ ਨੇ ਲੋਕੀ, ਕੋਈ ਗੱਲ ਨਹੀਂ, ਮੈਨੂੰ ਨਹੀਂ ਪਤਾ ਕਿ, ਪਰ ਜੋ ਕਿਹਾ ਗਿਆ ਹੈ ਮੈਂ ਆਪ ਜੀ ਨੂੰ ਦੱਸ ਰਿਹਾ। ਇਸੇ ਤਰ੍ਹਾਂ ਭਾਈ ਦੇਸਾ ਸਿੰਘ ਜੀ, ਜਿਹੜੇ ਕਿ ਭਾਈ ਮਨੀ ਸਿੰਘ ਸ਼ਹੀਦ ਹੋਏ ਸਨ, ਬੰਦ ਕਟਾਉਣ ਵਾਲੇ, ਉਹਨਾਂ ਦੇ ਸੁਪੁੱਤਰ ਸਨ। ਉਹਨਾਂ ਨੇ ਤੇ ਆਪਣੀ ਪੂਰੀ ਖਾਨਦਾਨ ਹੀ ਉਹਨਾਂ ਨੇ ਗੁਰੂ ਦੇ ਲੇਖੇ ਲਾਤਾ ਸੀ। ਉਹਨਾਂ ਚੋਂ ਭਾਈ ਦੇਸਾ ਸਿੰਘ ਜਿਹੜੇ ਸਨ, ਉਹਨਾਂ ਨੇ ਲਿਖਿਆ ਸੀ ਕਿ ਸ਼ਸਤਰਹੀਨ ਇਹ ਕਬੂ ਨਾ ਹੋਏ, ਸਿੱਖ ਕਦੀ ਸ਼ਸਤਰਹੀਨ ਨਾ ਹੋਵੇ। ਔਰ ਭਾਈ ਦਇਆ ਸਿੰਘ ਜੀ ਨੇ ਵੀ ਇਹ ਕਿਹਾ ਕਿ ਪੰਜ ਸ਼ਸਤਰ ਧਾਰੇ ਦੇਹ। ਪੰਜ ਸ਼ਸਤਰਾਂ ਦੀ ਉਹ ਗੱਲ ਕਰ ਰਹੇ ਨੇ। ਕਿਰਪਾਨ ਗਾਤਰੇ ਰੱਖੇ, ਪਰ ਕਿਰਪਾਨ ਨੂੰ ਹਮੇਸ਼ਾ ਗਾਤਰੇ ਦੇ ਵਿੱਚ ਰੱਖਿਆ ਜਾਏ। ਸੋ ਇਹ ਮੈਂ ਆਪ ਜੀ ਦੇ ਸਾਹਮਣੇ ਦੱਸਿਆ ਹੈ ਕਿ ਸ਼ਸਤਰਾਂ ਨੂੰ ਰਹਿਤਨਾਮਿਆਂ ਵਿੱਚ ਵੀ, ਔਰ ਗੁਰੂ ਗੋਬਿੰਦ ਸਿੰਘ ਜੀ ਨੇ ਵੀ, ਦੂਸਰੇ ਗੁਰੂ ਸਾਹਿਬਾਨ ਨੇ ਕਿੰਨਾ ਸਤਿਕਾਰ ਦਿੱਤਾ ਔਰ ਉਹਨਾਂ ਨੂੰ ਕਿੱਥੇ ਵਰਤਿਆ। ਉਹ ਅਖੀਰ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਗੁਰੂ ਸਾਹਿਬ ਜਿਹੜੇ ਨੇ, ਜਿੰਨੇ ਸਾਹਿਬਾਨ ਹੋਏ ਨੇ, ਉਹਨਾਂ ਨੇ ਸ਼ਸਤਰਾਂ ਨੂੰ ਧਰਮ ਦੀ ਰੱਖਿਆ ਲਈ ਔਰ ਕਮਜ਼ੋਰ ਮਜ਼ਲੂਮ ਦੀ ਰੱਖਿਆ ਲਈ ਵਰਤਨ ਦੀ ਗੱਲ ਕੀਤੀ ਹੈ। ਆਪਣੀ ਸੈਲਫ ਰਿਸਪੈਕਟ ਨੂੰ, ਆਪਣੇ ਹਿਊਮਨ ਰਾਈਟਸ ਨੂੰ ਪ੍ਰੋਟੈਕਟ ਕਰਨ ਦੀ ਗੱਲ ਕੀਤੀ ਹੈ। ਕਿਸੇ ਨੂੰ ਡਰਾਉਣ ਲਈ, ਕਿਸੇ ਦਾ ਕੋਈ ਨੁਕਸਾਨ ਕਰਨ ਲਈ ਨਹੀਂ, ਕਿਸੇ ਦਾ ਧਰਮ ਪਰਿਵਰਤਨ ਕਰਨ ਲਈ ਨਹੀਂ, ਕਿਸੇ ਦੀ ਟੈਰੀਟਰੀ, ਕਿਸੇ ਦੀ ਕੋਈ ਚੀਜ਼ ਹਥਿਆਉਣ ਲਈ। ਇਹ ਹੈ ਸ਼ਸਤਰਾਂ ਦੇ ਬਾਰੇ ਜੋ ਕੁਝ ਸੰਖੇਪ ਵਿੱਚ ਮੈਂ ਆਪ ਜੀ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ। ਔਰ ਇਹਦੇ ਵਿੱਚ ਬੇਸ ਜਿਹੜਾ ਹੈ ਉਹ ਸ਼ਸਤਰਨਾਮਾ ਹੈ, ਜਿੱਥੋਂ ਮੈਂ ਇਹ ਸਾਰੀਆਂ ਗੱਲਾਂ ਜਿੰਨੀਆਂ ਕਿ ਮੈਨੂੰ ਸਮਝ ਆ ਸਕੀਆਂ ਮੈਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।